Hello everyone, I'm Simran. Welcome back to your own channel Scientia. ਹਾਂਜੀ ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਤੁਹਾਡੀ ਪ੍ਰਿਪਰੇਸ਼ਨ ਮਾਸਟਰ ਕੈਡਰ ਐਗਜ਼ਾਮ ਦੀ ਜਾਂ ਜੋ ਵੀ ਤੁਸੀਂ ਕੰਪੀਟੀਟਿਵ ਐਗਜ਼ਾਮ ਦੀ ਪ੍ਰਿਪਰੇਸ਼ਨ ਕਰ ਰਹੇ ਹੋ ਉਹ ਵਧੀਆ ਚੱਲ ਰਹੀ ਹੋਊਗੀ। ਹਾਂਜੀ ਆਪਾਂ ਮਾਸਟਰ ਕੈਡਰ ਫਿਜ਼ਿਕਸ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ। ਮਾਸਟਰ ਕੈਡਰ ਫਿਜ਼ਿਕਸ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ। ਇਸ ਨੂੰ ਆਪਾਂ ਕੰਟੀਨਿਊ ਕਰਾਂਗੇ ਜਿਸ ਦੇ ਵਿੱਚ ਆਪਾਂ ਇਲੈਕਟ੍ਰੋਸਟੈਟਿਕ ਐਂਡ ਮੈਗਨੋਸਟੈਟਿਕ ਕਰ ਰਹੇ ਹਾਂ। ਕਾਫੀ ਸਾਰੇ ਟੌਪਿਕ ਆਪਾਂ ਕਵਰ ਕਰ ਚੁੱਕੇ ਹਾਂ। ਅਗਰ ਤੁਸੀਂ ਵੀਡੀਓਜ਼ ਨਹੀਂ ਦੇਖੀਆਂ ਤਾਂ ਵੀਡੀਓਜ਼ ਦੇਖ ਲਓ ਐਂਡ ਅਗਰ ਤੁਹਾਨੂੰ ਕੋਈ ਵੀ ਡਾਊਟ ਹੁੰਦਾ ਤਾਂ ਤੁਸੀਂ ਈਜ਼ਲੀ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਡਾਊਟ ਕਲੀਅਰ ਕਰ ਸਕਦੇ ਹੋ। ਠੀਕ ਹੈ ਜੀ। ਹਾਂਜੀ ਅੱਜ ਆਪਾਂ ਨੈਕਸਟ ਟੌਪਿਕ ਕਰਾਂਗੇ ਤਾਂ ਉਸ ਤੋਂ ਪਹਿਲਾਂ ਤੁਸੀਂ ਪ੍ਰੀਵੀਅਸ ਵੀਡੀਓਜ਼ ਦੇਖੀਆਂ ਹੋਣੀਆਂ ਜ਼ਰੂਰੀ ਹੈ, ਅਦਰਵਾਈਜ਼ ਤੁਹਾਨੂੰ ਨੈਕਸਟ ਟੌਪਿਕ ਆਪਾਂ ਕਰਨੇ ਆ ਉਹ ਸਮਝ ਨਹੀਂ ਆਉਣਗੇ। ਕਲੀਅਰ? ਤਾਂ ਪਹਿਲਾਂ ਲਾਸਟ ਵੀਡੀਓਜ਼ ਨੂੰ ਕਵਰ ਕਰ ਲਓ। ਹਾਂਜੀ ਸਟਾਰਟ ਕਰਦੇ ਹਾਂ ਆਪਾਂ ਆਪਣੀ ਵੀਡੀਓ ਨੂੰ। ਜੋ ਅੱਜ ਦਾ ਫਸਟ ਟੌਪਿਕ ਹੈ ਉਹ ਹੈ ਮਲਟੀਪੋਲਸ। ਮਲਟੀਪੋਲ ਤੁਹਾਡੇ ਸਿਲੇਬਸ ਦੇ ਵਿੱਚ ਗਿਵਨ ਹੈ ਸਪੈਸ਼ਲੀ। ਤਾਂ ਮਲਟੀਪੋਲ ਕੀ ਹੁੰਦੇ ਆ? ਮਲਟੀਪੋਲ ਦਾ ਮਤਲਬ ਹੈ ਜਿੱਥੇ ਚਾਰਜ ਅਲੱਗ-ਅਲੱਗ ਵੇ ਦੇ ਵਿੱਚ ਪ੍ਰੈਜ਼ੈਂਟ ਹੈ, ਮਤਲਬ ਸਿੰਗਲ ਚਾਰਜ ਹੈ, ਮਲਟੀਪਲ ਚਾਰਜ ਹੈ, ਟੂ ਚਾਰਜਿਸ ਹੈ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਮਲਟੀਪੋਲ। ਠੀਕ ਹੈ। ਜਿਵੇਂ ਫਸਟ ਆ ਜਾਂਦਾ ਇਸ ਦੇ ਵਿੱਚ ਮੋਨੋਪੋਲ। ਦੇਖੋ ਮੋਨੋ ਦਾ ਮਤਲਬ ਕੀ ਹੁੰਦਾ ਹੈ? ਆ ਜੋ ਵਰਡ ਹੈ ਮੋਨੋ, ਇਸ ਦਾ ਮਤਲਬ ਹੁੰਦਾ ਸਿੰਗਲ। ਤਾਂ ਮੋਨੋਪੋਲ ਦਾ ਮਤਲਬ ਹੈ ਅ ਸਿੰਗਲ ਚਾਰਜ। ਅ ਸਿੰਗਲ ਚਾਰਜ। ਕਲੀਅਰ? ਜਿੱਦਾਂ ਆ ਕੋਈ ਵੀ ਚਾਰਜ ਹੈ ਕੰਸੀਡਰ ਕਰ ਲਓ, ਇਹਨੂੰ ਆਪਾਂ ਕੀ ਕਹਿ ਦਾਂਗੇ? ਮੋਨੋਪੋਲ, ਜੋ ਸਿੰਗਲ ਹੋਵੇ। ਕਲੀਅਰ? ਨੈਕਸਟ ਆ ਜਾਂਦੇ ਨੇ ਆਪਣੇ ਕੋਲ ਡਾਈਪੋਲ। ਡਾਈ ਦਾ ਕੀ ਮਤਲਬ ਹੁੰਦਾ ਆਪਣੇ ਕੋਲ? ਟੂ, ਜਿਸ ਦੇ ਵਿੱਚ ਟੂ ਚਾਰਜ ਹੋਣ, ਟੂ ਇਕੁਅਲ ਐਂਡ opposite charges separated by a distance, जो एक distance ਦੇ ਦੁਆਰਾ separate ਕੀਤਾ ਗਿਆ by a distance। ਉਸ ਨੂੰ ਆਪਾਂ ਕੀ ਕਹਿ ਦਿੰਦੇ ਆ? ਡਾਈਪੋਲ। ਜਿੱਦਾਂ ਆਪਾਂ ਹਮੇਸ਼ਾ ਲੈ ਕੇ ਚੱਲਦੇ ਹਾਂ ਕੋਈ ਪੋਜ਼ਿਟਿਵ ਚਾਰਜ ਹੈ ਕਿਊ ਐਂਡ ਇੱਕ ਕੋਈ ਨੈਗੇਟਿਵ ਚਾਰਜ ਹੈ ਕਿਊ, ਇਹਨਾਂ ਦੇ ਵਿਚਕਾਰ ਕੋਈ ਵੀ ਡਿਸਟੈਂਸ ਹੈ ਆਰ, ਤਾਂ ਉਸ ਨੂੰ ਆਪਾਂ ਕੀ ਕਹਿ ਦਿੰਦੇ ਆ? ਡਾਈਪੋਲ ਕਹਿ ਦਿੰਦੇ ਆ। ਮੀਨਸ ਦੋ ਚਾਰਜਿਸ ਨੇ, ਦੋ ਪੋਲ ਨੇ, ਇੱਕ ਤੇ ਪਲੱਸ ਕਿਊ ਚਾਰਜ ਹੈ, ਇੱਕ ਤੇ ਨੈਗੇਟਿਵ ਚਾਰਜ ਹੈ, ਔਰ ਸੈਪਰੇਸ਼ਨ ਕਿਸ ਦੇ ਦੁਆਰਾ ਹੋ ਰਹੀ ਹੈ? ਕੋਈ ਵੀ ਆਰ ਡਿਸਟੈਂਸ ਦੇ ਨਾਲ, ਤਾਂ ਉਸ ਨੂੰ ਆਪਾਂ ਕੀ ਕੰਸੀਡਰ ਕਰ ਲੈਂਦੇ ਆ? ਡਾਈਪੋਲ। ਕਲੀਅਰ? ਨੈਕਸਟ ਆ ਜਾਂਦਾ ਕੁਆਡਰਪਲ। ਹੁਣ ਇਸ ਦੇ ਵਿੱਚ ਕੀ ਹੈ? ਇਸ ਦੇ ਵਿੱਚ ਕੀ ਹੈ? ਜਦੋਂ ਟੂ ਡਾਈਪੋਲਸ ਨੂੰ ਮੋਰ ਦੈਨ ਟੂ ਔਰ ਮੋਰ ਦੈਨ ਟੂ ਚਾਰਜਿਸ ਜਾਂ ਡਾਈਪੋਲਸ, ਇੱਦਾਂ ਲਿਖ ਸਕਦੇ ਹੋ ਟੂ ਡਾਈਪੋਲਸ ਜਾਂ ਮੋਰ ਦੈਨ ਟੂ ਚਾਰਜਿਸ ਨੂੰ ਆਪਾਂ ਕੀ ਕਰਦੇ ਹਾਂ? ਇੱਕ ਡਿਸਟੈਂਸ ਦੇ ਦੁਆਰਾ ਸੈਪਰੇਟ ਕੀਤਾ ਜਾਂਦਾ, ਸੈਪਰੇਟਡ ਬਾਈ ਅ ਡਿਸਟੈਂਸ, ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਕੁਆਡਰਪਲ। ਦੇਖੋ ਇਹ ਵੀ ਅੱਗੇ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦੇ ਲੀਨੀਅਰ, ਇੱਕ ਹੁੰਦੇ ਆ ਟੂ ਡਿਮੈਂਸ਼ਨਸ। ਇਸ ਦੀਆਂ ਟੂ ਟਾਈਪਸ ਹੁੰਦੀਆਂ ਅੱਗੇ। ਇੱਕ ਆ ਜਾਂਦੇ ਨੇ ਲੀਨੀਅਰ ਜੋ ਸਿੰਗਲ ਲਾਈਨ ਦੇ ਵਿੱਚ ਹੁੰਦੇ ਆ, ਇੱਕ ਹੁੰਦੇ ਆ ਜੋ ਟੂ ਡਿਮੈਂਸ਼ਨ ਦੇ ਵਿੱਚ ਹੁੰਦੇ ਆ ਚਾਰਜਿਸ। ਕਲੀਅਰ? ਇਹ ਇੰਨਾ ਕੁ ਹੀ ਕਰਨਾ ਹੈ ਤੁਸੀਂ। ਨੈਕਸਟ ਜੋ ਆਪਣਾ ਟੌਪਿਕ ਹੈ ਉਹ ਹੈ ਮੈਥਡ ਆਫ ਇਲੈਕਟ੍ਰਿਕ ਇਮੇਜ। ਇਹ ਵੀ ਤੁਹਾਡੇ ਸਿਲੇਬਸ ਦੇ ਵਿੱਚ ਗਿਵਨ ਹੈ। ਮੈਥਡਸ ਆਫ methods of या method of
इलैक्ट्रिक इमेज। क्लीयर, ये टॉपिक है ਤੁਹਾਡੇ ਸਿਲੇਬਸ ਦੇ ਵਿੱਚ ਗਿਵਨ ਮੈਥਡ ਆਫ ਇਮੇजेस ਲਿਖਿਆ ਹੋਇਆ ਹੈ। ਕਲੀਅਰ, ਨਾਲ ਨਾਲ ਸਿਲੇਬਸ ਚੈੱਕ ਕਰਦੇ ਰਿਹਾ ਕਰੋ। ਕੋਈ ਵੀ ਐਗਜ਼ਾਮ ਨੂੰ ਕ੍ਰੈਕ ਕਰਨਾ ਹੋਵੇ ਨਾ ਤਾਂ ਉਹਦਾ ਸਿਲੇਬਸ ਹੋਣਾ ਬਹੁਤ ਜ਼ਰੂਰੀ ਹੈ। ਤਾਂ ਅਗਰ ਤੁਹਾਡੇ ਕੋਲ ਸਿਲੇਬਸ ਹੈ ਤਾਂ ਤੁਸੀਂ ਈਜ਼ਲੀ ਕਰ ਸਕਦੇ ਹੋ। ਦੇਖੋ ਮੈਥਡ ਆਫ ਇਲੈਕਟ੍ਰੀਕਲ ਇਮੇजेस ਸੀ, ਸਭ ਤੋਂ ਪਹਿਲਾਂ ਇਹ ਡਿਸਕਵਰ ਕਿਹਨਾਂ ਨੇ ਕੀਤਾ ਸੀ? ਲਾਰਡ ਕੈਲਵਿਨ ਨੇ। ਤਾਂ ਇਹ ਪੁਆਇੰਟਸ ਨੇ ਸ਼ਾਰਟ, ਇਹ ਧਿਆਨ ਦੇ ਵਿੱਚ ਰੱਖੋ ਕਿਹਨਾਂ ਨੇ ਡਿਸਕਵਰ ਕੀਤਾ? ਲਾਰਡ ਕੈਲਵਿਨ। ਇਹ ਚੀਜ਼ ਧਿਆਨ ਦੇ ਵਿੱਚ ਰੱਖੋਗੇ। ਇਹ ਕਾਹਦੇ ਲਈ ਯੂਜ਼ਫੁਲ ਸੀਗਾ? ਇਹ ਯੂਜ਼ਫੁਲ ਸੀ ਕੁਝ ਇਲੈਕਟ੍ਰੋਸਟੈਟਿਕ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ, ਜਿਹਦੇ ਵਿੱਚ ਵਨ ਔਰ ਮੋਰ ਪੁਆਇੰਟ ਚਾਰजेस ਪ੍ਰੈਜ਼ੈਂਟ ਸੀਗੇ, ਕਿਹਦੇ ਵਿੱਚ? ਕੋਈ ਵੀ ਕੰਡਕਟਿੰਗ ਸਰਫੇਸ ਦੇ ਵਿੱਚ। ਪਹਿਲੀ ਗੱਲ ਤਾਂ ਜਦੋਂ ਇਲੈਕਟ੍ਰਿਕ ਦੀ ਇਮੇजेस ਦੀ ਗੱਲ ਕਰ ਰਹੇ ਹਾਂ, ਇਹਦਾ ਮਤਲਬ ਆਪਣੇ ਕੋਲ ਜੋ ਸਰਫੇਸ ਹੋਊਗੀ ਉਹ ਕੰਡਕਟਿੰਗ ਸਰਫੇਸ ਹੋਊਗੀ। ਕੰਡਕਟਿੰਗ ਸਰਫੇਸ ਦਾ ਮਤਲਬ ਕੀ ਹੁੰਦਾ? ਜਿਸ ਦੇ ਵਿੱਚ ਕਰੰਟ ਕੀ ਹੋ ਰਿਹਾ? ਪਾਸ ਕਰ ਰਿਹਾ। ਹੁਣ ਇਸ ਦੇ ਵਿੱਚ ਜੋ ਚਾਰजेस ਨੇ ਉਹ ਵੀ ਮੋਰ ਦੈਨ ਨੇ, 1 ਵੀ ਹੋ ਸਕਦਾ ਔਰ ਮੋਰ ਵੀ ਹੋ ਸਕਦੇ ਆ। ਇਸ ਦੇ ਲਈ ਤੁਹਾਨੂੰ ਮੈਂ ਮਲਟੀਪੋਲਸ ਕਰਵਾਏ ਸੀ। ਕਲੀਅਰ, ਇਹ ਕੀ ਹੈ? ਦੇਖੋ ਮੈਥਡਸ ਆਫ ਇਲੈਕਟ੍ਰਿਕ ਇਮੇਜ ਲਾਰਡ ਕੈਲਵਿਨ ਨੇ ਡਿਸਕਵਰ ਕੀਤਾ ਸੀ, ਜਿਸ ਦੇ ਵਿੱਚ ਆਪਾਂ ਇਲੈਕਟ੍ਰੋਸਟੈਟਿਕ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਸੀ, ਅਤੇ ਜਿਹਦੇ ਵਿੱਚ ਕੀ ਹੈ 1 ਔਰ ਮੋਰ ਪੁਆਇੰਟ ਚਾਰजेस ਹੋਣਗੇ ਕਿਸ ਦੇ ਉੱਪਰ? ਕੰਡਕਟਿੰਗ ਸਰਫੇਸ ਦੇ ਉੱਪਰ। ਕਲੀਅਰ, ਇਸ ਮੈਥਡ ਨੂੰ ਆਪਾਂ ਯੂਜ਼ ਕਰ ਸਕਦੇ ਹਾਂ, ਹਾਈਪੋਥੈਟਿਕਲੀ ਵੀ ਯੂਜ਼ ਕਰ ਸਕਦੇ ਹਾਂ, ਜਾਂ ਚਾਰजेस ਨੂੰ ਫਾਊਂਡ ਕਰਨ ਦੇ ਲਈ ਕਿੱਥੇ? ਇਕੋ ਪੋਟੈਂਸ਼ੀਅਲ ਸਰਫੇਸ ਤੇ। ਇਕੋ ਪੋਟੈਂਸ਼ੀਅਲ ਸਰਫੇਸ ਵੀ ਆਈ ਥਿੰਕ ਮੈਂ ਕਰਵਾ ਚੁੱਕੀ ਹਾਂ। ਉਹ ਸਰਫੇਸ ਜਿੱਥੇ ਪੋਟੈਂਸ਼ੀਅਲ ਕੀ ਹੋਊਗਾ? ਪੋਟੈਂਸ਼ੀਅਲ ਹਰ ਜਗ੍ਹਾ ਕੀ ਹੋਊਗਾ? ਇਕੁਅਲ ਹੋਊਗਾ, ਉਹਨੂੰ ਇਕੋ ਪੋਟੈਂਸ਼ੀਅਲ ਸਰਫੇਸ ਕਹਿ ਸਕਦੇ ਹਾਂ। ਕਿਸ ਦੇ? ਇਕੋ ਪੋਟੈਂਸ਼ੀਅਲ ਸਰਫੇਸਿਸ ਐਟ ਦ ਸਰਫੇਸ ਆਫ ਦ ਕੰਡਕਟਰ। ਕਿਸ ਸਰਫੇਸ ਤੇ? ਕੰਡਕਟਰ ਦੇ ਸਰਫੇਸ ਤੇ। ਉੱਥੇ ਆਪਾਂ ਇਸ ਨੂੰ ਕੀ ਕਰਦੇ ਹਾਂ? ਯੂਜ਼ ਕਰਦੇ ਹਾਂ ਕਿਸ ਨੂੰ? ਇਲੈਕਟ੍ਰੀਕਲ ਇਮੇजेस ਨੂੰ। ਹੁਣ ਇਸ ਨੂੰ ਸਮਝਦੇ ਹਾਂ ਕਿੱਦਾਂ? ਧਿਆਨ ਨਾਲ ਸਮਝਿਓ। ਕਲੀਅਰ, ਹਾਈਪੋਥੈਟਿਕਲ ਕੰਸੈਪਟ ਕਰਾਂਗੇ ਆਪਾਂ। ਕੰਸੀਡਰ ਕਰ ਲਓ ਤੁਹਾਡੇ ਕੋਲ ਕੋਈ ਵੀ ਚਾਰਜ ਹੈ ਪਲੱਸ ਕਿਊ। ਕੀ ਚਾਰਜ ਹੈ? ਮੈਂ ਇੱਥੇ ਨਾਲ ਲਿਖ ਰਹੀ ਹਾਂ, ਪਲੱਸ ਕਿਊ ਚਾਰਜ ਹੈ ਐਂਡ ਐਨ ਇਨਫਿਨਾਈਟ ਕੰਡਕਟਿੰਗ ਸ਼ੀਟ ਦੇ ਉੱਪਰ। ਤਾਂ ਮੈਂ ਤੁਹਾਨੂੰ ਨਾਲ ਪਹਿਲਾਂ ਆਪਾਂ ਰੀਜ਼ਨ ਬਣਾ ਲੈਂਦੇ ਹਾਂ। ਆਪਣੀ ਐਕਸ ਐਕਸਿਸ ਹੈ। ਕਲੀਅਰ, ਦੈਨ ਆਪਣੀ ਉੱਪਰ ਕੀ ਹੁੰਦੀ ਹੈ? ਵਾਈ ਐਕਸਿਸ, ਐਂਡ ਆਪਣੀ 3 ਡਾਇਮੈਂਸ਼ਨਲ ਹੈ ਤਾਂ ਜ਼ੈਡ ਐਕਸਿਸ। ਇਸ ਦੇ ਉੱਪਰ ਆਪਣੀ ਕੋਈ ਸ਼ੀਟ ਹੈ। ਕਲੀਅਰ, ਮੈਂ ਥੋੜ੍ਹਾ ਜਿਹਾ ਤੁਸੀਂ ਬਸ ਸਮਝਣ ਦੀ ਕੋਸ਼ਿਸ਼ ਕਰਿਓ, ਰਫਲੀ ਬਣਾਉਂਗੀ। ਕਲੀਅਰ, ਕੋਈ ਵੀ ਸ਼ੀਟ ਹੈ, ਠੀਕ ਹੈ ਜੀ। ਹੁਣ ਇਸ ਦੇ ਉੱਪਰ ਕਾਫੀ ਸਾਰੇ ਇਨਫਿਨਾਈਟ ਸ਼ੀਟ ਹੈ, ਮਤਲਬ ਅਨਲਿਮਿਟਡ ਚਾਰजेस ਪ੍ਰੈਜ਼ੈਂਟ ਨੇ। ਇਨਫਿਨਾਈਟ ਸ਼ੀਟ ਲਈਏ ਆਪਾਂ, ਕੰਡਕਟਿੰਗ ਸ਼ੀਟ ਲਈਏ। ਕਲੀਅਰ, ਤਾਂ ਜੋ ਪਲੱਸ ਕਿਊ ਚਾਰਜ ਹੈ ਉਹ ਇੱਕ ਡਿਸਟੈਂਸ ਤੇ ਪ੍ਰੈਜ਼ੈਂਟ ਹੈ ਡੀ। ਡੀ ਕੀ ਹੈ? ਇਸ ਦਾ ਪਰਟੀਕੂਲਰ ਡਿਸਟੈਂਸ ਹੈ ਜਿਸ ਦੇ ਉੱਪਰ ਇਹ ਪ੍ਰੈਜ਼ੈਂਸ ਹੈ। ਕਲੀਅਰ, ਫਰੋਮ ਦ ਸ਼ੀਟ ਦ ਪ੍ਰੈਜ਼ੈਂਸ ਆਫ, ਅਗਰ ਮੈਂ ਗੱਲ ਕਰਾਂ ਪਲੱਸ ਕਿਊ ਜੋ ਚਾਰਜ ਹੈ ਉਸ ਦੀ ਅਗਰ ਮੈਂ ਗੱਲ ਕਰਾਂ, ਉਹ ਕੀ ਇੰਡਿਊਸ ਕਰਦਾ? ਚਾਰਜ ਇੰਡਿਊਸ ਕਰਦਾ ਕਿਸ ਤੇ? ਸ਼ੀਟ ਦੇ ਉੱਪਰ, ਜਿਸ ਦਾ ਪੋਟੈਂਸ਼ੀਅਲ ਕੀ ਹੋਊਗਾ? ਸੇਮ, ਕਿਉਂਕਿ ਆਪਾਂ ਇਕੋ ਪੋਟੈਂਸ਼ੀਅਲ ਸਰਫੇਸ ਰਹੀ ਹੈ ਤਾਂ ਇੱਥੇ ਪੋਟੈਂਸ਼ੀਅਲ ਕੀ ਆਪਣੇ ਕੋਲ? ਸੇਮ। ਸੇਮ ਕੀ ਲੈ ਕੇ ਚੱਲ ਰਿਹਾ ਆਪਾਂ? ਪੋਟੈਂਸ਼ੀਅਲ ਲੈ ਕੇ ਚੱਲ ਰਹੇ। ਹੁਣ ਦੇਖੋ, ਅਗਰ ਤਾਂ ਮੈਂ ਗੱਲ ਕਰਾਂ ਇੱਥੇ ਕੋਈ ਚਾਰਜ ਐਕਸ ਐਕਸਿਸ ਦੇ ਉੱਪਰ ਹੈ ਪਲੱਸ ਕਿਊ ਚਾਰਜ, ਤਾਂ ਆਪਾਂ ਨੂੰ ਡਿਸਟੈਂਸ ਡੀ ਤੇ ਹੈ, ਤਾਂ ਵਾਈ ਤੇ ਜ਼ੈਡ ਕੀ ਹੋ ਜਾਂਦੀਆਂ ਨੇ? 0। ਆਪਾਂ ਮੈਥ ਦੇ ਵਿੱਚ ਕਰਦੇ ਹਾਂ। ਕਲੀਅਰ, ਵੈਲਿਊ। ਹੁਣ ਅਗਰ ਮੈਂ ਕੀ ਕਰ ਰਹੀ ਹਾਂ, ਇਸ ਸਾਈਡ ਆਪਣੇ ਕੋਲ ਨੈਗੇਟਿਵ ਹੁੰਦਾ ਹੈ ਨਾ। ਕਲੀਅਰ, ਨੈਗੇਟਿਵ ਐਕਸ ਐਕਸਿਸ ਹੈ। ਅਗਰ ਇੱਥੇ ਕੋਈ ਕਿਊ ਚਾਰਜ ਹੈ ਤਾਂ ਕਿੰਨਾ ਆ ਜਾਊਗਾ? -d 0 0। ਵਾਈ ਜ਼ੈਡ ਦੀ ਵੈਲਿਊ ਕਿੰਨੀ ਆ ਜਾਂਦੀ ਹੈ? 0 0। ਕਲੀਅਰ, ਹੁਣ ਇਹਨੂੰ ਆਪਾਂ ਅਰਥ ਕਰਤਾ, ਠੀਕ ਹੈ, ਅਰਥ ਦੇ ਨਾਲ, ਤਾਂ ਉੱਥੇ ਆਪਾਂ ਕੀ ਕਰ ਦਾਂਗੇ? 0 ਪੋਟੈਂਸ਼ੀਅਲ। ਉੱਥੇ ਆਪਣੇ ਕੋਲ ਕੀ ਹੋ ਜਾਂਦਾ? 0 ਪੋਟੈਂਸ਼ੀਅਲ ਹੋ ਜਾਂਦਾ ਹੈ। ਕਲੀਅਰ, ਅਗਰ ਅਰਥ ਕਰ ਦਿੱਤਾ ਜਾਂਦਾ, ਇਹ ਤਾਂ ਆਪਾਂ ਨੂੰ ਪਤਾ ਹੈ ਨਾ। ਹਾਂਜੀ, ਅਗਰ ਸ਼ੀਟ ਨੂੰ ਆਪਾਂ ਵਾਈ ਜ਼ੈਡ ਪਲੇਨ ਦੇ ਵਿੱਚ ਲੈ ਕੇ ਚੱਲੀਏ, ਕਿਸ ਦੇ ਵਿੱਚ? ਵਾਈ ਜ਼ੈਡ ਪਲੇਨ ਦੇ ਵਿੱਚ। ਇਹਦੇ ਵਿੱਚ ਮੈਥ ਵੀ ਹੈ, ਅਗਰ ਤੁਸੀਂ ਜ਼ਿਓਮੈਟਰੀ ਕੀਤੀ ਹੈ ਨਾ ਤਾਂ ਮੋਸਟਲੀ ਜੋ ਪਾਰਟ ਹੈ ਉਹ ਜ਼ਿਓਮੈਟਰੀ ਨਾਲ ਲਿੰਕ ਹੈ। ਹਾਂਜੀ, ਹੁਣ ਅਗਰ ਸ਼ੀਟ ਨੂੰ ਆਪਾਂ ਲਾਈ ਕਰਤਾ ਵਾਈ ਜ਼ੈਡ ਪਲੇਨ ਦੇ ਵਿੱਚ, ਤਾਂ ਪਲੱਸ ਕਿਊ ਚਾਰਜ
अगर मैं गल करा प्लस क्यू चार्ज जिहदे कोआर्डीनेट्स की हो गए D00, ये वाई जैड प्लेन ही है ना, ये तो पता है ना, मैं हुणे दस के चुकी इत्थे एक्स एक्सिस के उपर वाई जैड प्लेन की वैल्यू की आ जाती है अपने को 00। अगर नैगेटिव दे विच देखिए इत्थे भी वाई जैड की वैल्यू 00। ठीक है, 2 रीजनस लाए ने आपाने। क्लीयर। इत्थे की है एक्स की वैल्यू की है ग्रेटर दैन 0 है सारे रीजन ते, इधर की है एक्स की वैल्यू लैसर दैन 0 है इस रीजन दे विच। ये ध्यान दे विच इन्ने चीज़ां तो देखो हर जगह। हुण मैथड ऑफ इलैक्ट्रिकल इमेजिस नूं यूज किया जाता स्टडी करन दे लई कंबाइंड इलैक्ट्रोस्टैटिक इफैक्ट ड्यू टू प्लस क्यू चार्ज, किस दी वजह नाल प्लस क्यू चार्ज नाल, एंड शीट ओनली रीजन जदों एक्स की अपने कोल ग्रेटर दैन 0 है। अगर आप माइनस की गल करांगे तो अपने को एक्स लैस दैन 0 है तो अपने को क्या हो -D00। ठीक है जी। तो अगर मैं गल करा जो इलैक्ट्रिकल इमेजिज हैं वो की होणगियां सैट ऑफ फिक्सिस पॉइंट चार्जिस होणगियां, सैट ऑफ पॉइंट चार्जिस जिन्नियां भी अपने को इलैक्ट्रिकल इमेजिज होणगियां जो लाई करनगे एक रीजन दे विच स्पेस दे जिहदी बाउंड्री होगी सरफेस किस दी कंडक्टर दी। किस दी बाउंड्री होगी कोई ना कोई कंडक्टर दी। क्लीयर। इस दी की होगी बाउंड्री होगी जिहदे विच जिहड़े रियल चार्जिस ने वो लाई नहीं करनगे, रियल चार्जिस लाई नहीं करनगे। ये समझना बहुत जरूरी सी। मैं तुहानूं पॉइंट्स भी दस दूंगी डायरैक्टली। ठीक है, क्लीयर। हुण देखो अगर मैं शॉर्ट दे विच तुहानूं दसां तां की कीता आपां हुण तक। फर्स्ट पॉइंट की गल करिए जो इलैक्ट्रिकल इमेजिस ने ऑफ प्लस क्यू चार्जिस तो आपां एक्स एक्सिस ते लैके चले सी। तो जिहड़ा पोटेंशियल है, पोटेंशियल ऑल ओवर द कंडक्टिंग सरफेस, ऑल ओवर द कंडक्टिंग सरफेस इज सेम। पोटेंशियल की लैके चलने आपां सेम लैके चलने। इन्नी चीज़ क्लीयर हुई। क्लीयर। सैकेंड की है इलैक्ट्रिकल इमेजिस इज अ फिक्सिस पॉइंट चार्ज। इलैक्ट्रिकल इमेजिस is a point charges। थर्ड अगर मैं गल करा इस दे विच यूज्ड कादे लई कीता जांदा है टू स्टडी, यूज्ड टू स्टडी combined electrostatic effect, combined electrostatic effect। क्लियर। फोर्थ अगर इस दी मैं गल करा इलैक्ट्रिक इंटेंसिटी, इलैक्ट्रिक intensity and electric potential can be calculated, can be calculated by the method of electrical images। electrical images ये कुछ पॉइंट सी जो तुहाडे इलैक्ट्रिकल इमेजिज नू कवर करते हैं। क्लीयर। ठीक है, ये ध्यान च रखियो कि चीज़ है कि नहीं है, किद्दां करना है, क्योंकि क्वेश्चन किस तरीके नाल भी बन सकता है। क्लीयर होया, इन्नी चीज़ क्लीयर हुई। नैक्सट जो आपां करना है
इक्यो पोटेंशियल सरफेस ਤੁਹਾਨੂੰ ਮੈਂ ਕਰਵਾਤਾ ਸੀ ਕਿ ਜਿੱਥੇ ਪੋਟੈਂਸ਼ੀਅਲ ਸੇਮ ਹੋਊਗਾ ਹਰ ਜਗ੍ਹਾ ਤੇ ਉਸ ਨੂੰ ਇਕੁਇ ਪੋਟੈਂਸ਼ੀਅਲ ਸਰਫੇਸ ਕਹਿ ਦਿੰਦੇ। ਇਹ ਮੈਂ ਤੁਹਾਨੂੰ ਟੌਪਿਕ ਕਰਵਾਤਾ ਸੀਗਾ, ਠੀਕ ਹੈ ਜੀ। ਤਾਂ ਤੇ ਜੋ ਨੈਕਸਟ ਟੌਪਿਕ ਹੈ ਆਪਾਂ ਹੁਣ ਉਹ ਕਰਾਂਗੇ ਡਾਇਲੈਕਟ੍ਰਿਕ। ਨੈਕਸਟ ਟੌਪਿਕ ਆਪਣਾ ਹੈ ਡਾਇਲੈਕਟ੍ਰਿਕ। ਹਾਂਜੀ, डाइलेक्ट्रिक्स, वेट, हाँ जी। डाइलैक्ट्रिक्स की होंगे है, ये वो मटीरियल्स होंगे है जो मेनली इंसुलेटर्स होंगे नॉर्मली। डाइलैक्ट्रिक्स मेनली की होंगे ने इंसुलेटर्स, बट अगर इन्हों इलैक्ट्रिक फील्ड दे विच प्लेस किया जाता है तो ये चार्ज नू इंड्यूस्ड कर लेंदे ने, चार्ज नू प्रोड्यूस कर लेंदे ने अपनी सरफेस के उपर, ठीक है। वैसे ही इंसुलेटर है, बट वैन प्लेस्ड इन इलैक्ट्रिक फील्ड induced charges are produced on their surface, जो इन्हां दी surface ते produced होंदे ने, are produced on their surfaces। क्लीयर। उन्होंने आप की कह दें डाइलैक्ट्रिक्स मटीरियल एग्जाम्पल्स, मोस्ट इंपोर्टेंट, क्योंकि पसंद ही की आपू एग्जाम्पल पूछा तो होगा नोट, तुम यस आंसर लगाए होंगे हमेशा की तरह, यही क्वेश्चंस बनते हैं। एग्जाम्पल ने ग्लास, मिका, पैराफिन वैक्स, एयर, वाटर, पैराफिन वैक्स भी लिख लो, ये सारे की ने अपने को डाइलैक्ट्रिक्स ने, ठीक है जी। वैसे तो ये की ने इंसुलेटर्स ने, बट अगर मैं इन्हों इलैक्ट्रिक फील्ड दे विच प्लेस कर दी तो ये अपने उपर चार्ज प्रोड्यूस कर लेंदे ने। जिन्ने भी आ मटीरियल्स मैं दसिया, ग्लास, मीका, एयर, वाटर, पैराफिन वैक्स, ये जो सारे मटीरियल्स ने, ये सारे मटीरियल्स की होंगे ने इलैक्ट्रॉन्स नाल टाइटली बाउंड होंगे ने, इलैक्ट्रॉन्स नाल टाइटली की होंगे ने बाउंड होंगे ने, मतलब बन्ने हुए होंगे ने सारे दे सारे मटीरियल्स जिन्ने भी मैं दसिया तो एग्जाम्पल्स कि आले दुआले एक एटॉमिक न्यूक्लियस, अपन पता सेंटर च न्यूक्लियस होंगे, इस दे आले दुआले अपने को इलैक्ट्रॉन्स होंगे ने, ये इलैक्ट्रॉन्स ये न्यूक्लियस दे नाल की होंगे ने टाइटली बाउंड होंगे ने, मतलब लूज नहीं होंगे, मूव नहीं कर पाते अपनी मर्जी के नाल। क्लीयर। सिर्फ कुछ इलैक्ट्रॉन्स अवेलेबल होंगे है, कुछ इलैक्ट्रॉन्स अवेलेबल होंगे है, प्रेजेंट होंगे है, जो कि करते हैं एक मटीरियल दे विच, जो एक्ट करते हैं किस दी तरह, चार्ज कैरियर की तरह। चार्ज कैरियर की होंगे सी, जो चार्ज नू की कर सकन एक जगह तो दूसरी जगह, मतलब मूव करवाने दे विच हैल्प करते हैं, किसी भी चीज़ नू कंडक्टर बनाने दे विच हैल्प करते हैं, उन्होंने चार्ज कैरियर कहा जाता है। क्लीयर, समझ आया। नैक्सट इन्हां दियां दो टाइप्स होंदियां डाइलैक्ट्रिक्स दियां, एक होंदे ने पोलर्स, एक होंदे ने नॉन पोलर्स। दो तरह के होंदे आ ये। फर्स्ट वन इज़ पोलर, सैकेंड होंदे आ नॉन पोलर। क्लीयर। पोलर ते नॉन पोलर। पोलर की होंदे ने, when center of positive charge, या की कह सकते हैं, the molecules in which the center of positive charge, the molecules in which center of positive charge doesn't coincide with the center of negative charge is called polar molecules। Clear।
ਪੋਲਰ ਮੋਲੀਕਿਊਲਸ ਦਾ ਕੀ ਮਤਲਬ ਹੈ, ਜਦੋਂ ਪੋਜ਼ਿਟਿਵ ਚਾਰਜ ਦਾ ਸੈਂਟਰ ਤੇ ਨੈਗੇਟਿਵ ਚਾਰਜ ਦਾ ਸੈਂਟਰ ਆਪਸ ਦੇ ਵਿੱਚ ਕੋਇਨਸਾਈਡ ਨਹੀਂ ਕਰਦੇ ਤਾਂ ਉਸ ਨੂੰ ਆਪਾਂ ਕੀ ਕਹਿ ਦਿੰਦੇ ਆ, ਪੋਲਰ। ਕੀ ਕਹਿ ਦਿੰਦੇ ਆ, ਪੋਲਰ ਮੋਲੀਕਿਊਲਸ ਕਹਿ ਦਿੰਦੇ ਆ, ਜਿਨ੍ਹਾਂ ਦਾ ਕੀ ਹੋ ਜਾਂਦਾ ਆਪਣੇ ਕੋਲ ਇੱਕ ਪਰਮਾਨੈਂਟ ਇਲੈਕਟ੍ਰਿਕ ਡਾਇਪੋਲ ਮੂਵਮੈਂਟ ਹੁੰਦਾ, ਉਸ ਨੂੰ ਆਪਾਂ ਕੀ ਕਹਿ ਦਿੰਦੇ ਆ, ਪੋਲਰ ਮੋਲੀਕਿਊਲਸ ਕਹਿ ਦਿੰਦੇ ਆ। ਕਿਸ ਤਰ੍ਹਾਂ ਨਾਲ ਇਹਨਾਂ ਦੀ ਸਟਰਕਚਰ ਹੁੰਦੀ ਹੈ, ਇੱਦਾਂ ਪੋਜ਼ਿਟਿਵ ਨੈਗੇਟਿਵ, ਠੀਕ ਹੈ। ਫਿਰ ਇਹ ਘੁੰਮੇਗਾ ਇੱਦਾਂ, ਲਿਖ ਨੈਗੇਟਿਵ ਪੋਜ਼ਿਟਿਵ, ਇੱਕ ਡਾਇਗਰਾਮ ਜੀ ਬਣ ਜੂਗੀ, ਪੋਜ਼ਿਟਿਵ ਨੈਗੇਟਿਵ, ਕਲੀਅਰ, ਪੋਜ਼ਿਟਿਵ ਨੈਗੇਟਿਵ। ਇਹਨੂੰ ਆਪਾਂ ਕੀ ਕਹਿ ਦਿੰਦੇ ਆ, ਪੋਲਰ ਮੋਲੀਕਿਊਲਸ। ਐਗਜ਼ਾਮਪਲ ਵਾਟਰ H2O, CO2 ਕਾਰਬਨ ਡਾਈਆਕਸਾਈਡ, HCl ਹਾਈਡਰੋਕਲੋਰਿਕ ਐਸਿਡ, ਅਮੋਨੀਆ NH3। ਦੇਖੋ ਵਾਟਰ ਕਿਸ ਤਰੀਕੇ ਨਾਲ ਹੁੰਦਾ, ਇਸ ਤਰੀਕੇ ਨਾਲ। ਇਹ ਤੁਸੀਂ ਕੱਢ ਸਕਦੇ ਹੋ, ਠੀਕ ਹੈ, ਕਿ ਕਿਹੜਾ ਚਾਰਜ ਹੈ, ਕਿੰਨਾ ਚਾਰਜ ਹੈ। ਆਕਸੀਜਨ ਤੇ ਕੌਨਫੀਗਰੇਸ਼ਨ ਵੀ ਆਪਾਂ ਨੂੰ ਪਤਾ ਹੁੰਦੀ ਹੈ ਕਿ ਇਹ ਸਟਰਕਚਰਸ ਬਣਦੀਆਂ ਕਿਵੇਂ। ਦੇਖੋ ਹੁਣ ਅਟੋਮਿਕ ਨੰਬਰ ਦੀ ਗੱਲ ਕਰਾਂ, ਆਕਸੀਜਨ ਦਾ ਕਿੰਨਾ ਹੁੰਦਾ ਆਪਣੇ ਕੋਲ, 8, ਅਟੋਮਿਕ ਕੌਨਫੀਗਰੇਸ਼ਨ 2, 6। ਇਸ ਦਾ ਮਤਲਬ ਇਸ ਨੂੰ ਕੀ ਹੈ, ਸਟੇਬਲ ਹੋਣ ਦੇ ਲਈ 2 ਇਲੈਕਟ੍ਰੋਨਸ ਦੀ ਜ਼ਰੂਰਤ ਹੈ। ਤਾਂ ਇਹ ਕਿੱਦਾਂ, ਆਕਸੀਜਨ ਇਸ ਤਰੀਕੇ ਨਾਲ ਹੁੰਦਾ। ਹੁਣ ਹਾਈਡਰੋਜਨ ਕੋਲ ਪਤਾ ਆਪਾਂ ਨੂੰ 1 ਹੁੰਦੇ ਆ, ਇਹਨਾਂ ਨੂੰ ਵੀ ਸਟੇਬਲ ਹੋਣ ਦੇ ਲਈ 1 ਇਲੈਕਟ੍ਰੋਨ ਦੀ ਜ਼ਰੂਰਤ ਹੈ। ਤਾਂ ਇਹ ਆਪਸ ਦੇ ਵਿੱਚ ਕੀ ਬਣਾ ਲੈਂਦੇ ਨੇ, ਬੌਂਡ ਬਣਾ ਲੈਂਦੇ ਨੇ, 2 ਇਲੈਕਟ੍ਰੋਨਸ ਦਾ ਬੌਂਡ ਬਣਦਾ, ਕਲੀਅਰ। ਤਾਂ ਇਸ ਤਰੀਕੇ ਨਾਲ ਕੀ ਹੁੰਦੇ ਨੇ, ਇਹਨਾਂ ਨੂੰ ਕੀ ਕਹਿ ਦਿੰਦੇ ਆਪਾਂ, ਪੋਲਰ ਮੋਲੀਕਿਊਲਸ ਕਹਿ ਦਿੰਦੇ ਆ। ਇਹ ਅਗਰ ਤਾਂ ਮੈਂ ਵੈਸੇ ਤੁਹਾਨੂੰ ਦੱਸਿਆ ਕਿ ਸਟਰਕਚਰ ਕਿੱਦਾਂ ਹੀ ਹੈ, ਠੀਕ ਹੈ। ਹੁਣ ਅਗਰ ਗੱਲ ਕੀਤੀ ਜਾਵੇ ਇਨ ਦਾ ਐਬਸੈਂਸ ਆਫ ਇਲੈਕਟ੍ਰਿਕ ਫੀਲਡ, ਅਗਰ ਇਲੈਕਟ੍ਰਿਕ ਫੀਲਡ ਮੈਂ ਇਹਨਾਂ ਤੇ ਐਬਸੈਂਟ ਕਰਦਾ ਤਾਂ ਜੋ ਪੋਲਰ ਮੋਲੀਕਿਊਲਸ ਨੇ ਇਹ ਕੀ ਬਣਾ ਲੈਂਦੇ ਨੇ, ਕਲੋਜ਼ਡ ਚੇਨ ਬਣਾ ਲੈਂਦੇ ਨੇ। ਇਹ ਕੀ ਕਰ ਲੈਣਗੇ, ਆਪਸ ਦੇ ਵਿੱਚ ਇੱਕ ਕਲੋਜ਼ ਚੇਨ ਬਣਾ ਲੈਣਗੇ, ਜਿਹਦੇ ਕਰਕੇ ਇਸ ਦਾ ਨੈਟ ਡਾਇਪੋਲ ਮੂਵਮੈਂਟ, ਇਸ ਨੂੰ ਹਜੇ ਕੱਟ ਕਰ ਦਿਓ, ਨੈਟ ਡਾਇਪੋਲ ਮੂਵਮੈਂਟ ਕੀ ਹੋ ਜਾਂਦਾ, 0। ਕੀ ਹੋ ਜਾਂਦਾ, 0। ਕਦੋਂ ਹੋ ਜਾਂਦਾ, ਅਗਰ ਇਲੈਕਟ੍ਰਿਕ ਫੀਲਡ ਐਬਸੈਂਟ ਹੈ। ਹੁਣ ਕੁਐਸਚਨ ਇਹੀ ਬਣੂਗਾ ਕਿ ਅਗਰ ਇਲੈਕਟ੍ਰਿਕ ਫੀਲਡ ਐਬਸੈਂਟ ਹੈ ਤਾਂ ਜੋ ਪੋਲਰ ਮੋਲੀਕਿਊਲਸ ਹੈ ਉਹ ਉਹਨਾਂ ਦੇ ਉੱਪਰ ਡਾਇਪੋਲ ਮੂਵਮੈਂਟ ਕਿੰਨਾ ਹੋਊਗਾ, 0। ਇਹ ਤੁਸੀਂ ਕੈਮਿਸਟਰੀ ਦੇ ਵਿੱਚ ਕਰਦੇ ਹੋ ਬਹੁਤ ਚੰਗੀ ਤਰੀਕੇ ਦੇ ਨਾਲ। ਹੁਣ ਗੱਲ ਕਰਦੇ ਹਾਂ ਇਨ ਦਾ ਪ੍ਰੈਜ਼ੈਂਸ ਆਫ ਇਲੈਕਟ੍ਰਿਕ ਫੀਲਡ। ਅਗਰ ਮੈਂ ਇਲੈਕਟ੍ਰਿਕ ਫੀਲਡ ਨੂੰ ਪ੍ਰੈਜ਼ੈਂਸ ਮਤਲਬ ਪ੍ਰੋਵਾਈਡ ਕਰਵਾਉਣੀ ਆ, ਪ੍ਰੈਜ਼ੈਂਸ ਆਫ ਇਲੈਕਟ੍ਰਿਕ ਫੀਲਡ, ਤਾਂ ਪੋਲਰ ਮੋਲੀਕਿਊਲਸ ਕੀ ਕਰਦੇ ਆ, ਤਾਂ ਜੋ ਡਾਇਪੋਲ ਸਟਾਰਟ ਕੀ ਕਰ ਦਿੰਦੇ ਨੇ, ਇੱਕ ਡਾਇਰੈਕਸ਼ਨ ਦੇ ਵਿੱਚ ਅਲਾਈਨ ਹੋਣਾ, ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ, ਠੀਕ ਹੈ। ਜਿੱਦਾਂ ਐਵੇਂ ਸੀਗਾ ਨੈਗੇਟਿਵ ਪੋਜ਼ਿਟਿਵ, ਫਿਰ ਇੱਕ ਡਾਇਰੈਕਸ਼ਨ ਦੇ ਵਿੱਚ ਰਹਿਣਗੇ ਨੈਗੇਟਿਵ ਪੋਜ਼ਿਟਿਵ, ਥੋੜਾ ਵੇਟ, ਇਸ ਤਰੀਕੇ ਨਾਲ ਨੈਗੇਟਿਵ ਪੋਜ਼ਿਟਿਵ, ਨੈਗੇਟਿਵ ਪੋਜ਼ਿਟਿਵ, ਦੈਨ ਅਪਵਰਡ, ਨੈਗੇਟਿਵ ਪੋਜ਼ਿਟਿਵ। ਇਸ ਤਰੀਕੇ ਨਾਲ ਕੀ ਹੋ ਜਾਣਗੇ, ਇੱਕ ਡਾਇਰੈਕਸ਼ਨ ਦੇ ਵਿੱਚ ਕੀ ਹੋ ਗਏ, ਅਲਾਈਨ ਹੋ ਗਏ, ਕਲੀਅਰ। ਕਦੋਂ, ਜਦੋਂ ਇਲੈਕਟ੍ਰਿਕ ਫੀਲਡ ਕੀ ਕੀਤਾ ਆਪਾਂ, ਪ੍ਰੋਵਾਈਡ ਕੀਤਾ ਕਿਸ ਨੂੰ, ਪੋਲਰ ਮੋਲੀਕਿਊਲਸ ਨੂੰ। ਪੋਲਰ ਮੋਲੀਕਿਊਲਸ ਨੂੰ ਜਦੋਂ ਮੈਂ ਇਲੈਕਟ੍ਰਿਕ ਫੀਲਡ ਪ੍ਰੋਵਾਈਡ ਕੀਤਾ ਤਾਂ ਉਹ ਇੱਕ ਡਾਇਰੈਕਸ਼ਨ ਦੇ ਵਿੱਚ ਕੀ ਹੋ ਗਏ, ਅਲਾਈਨ ਹੋ ਗਏ, ਕਲੀਅਰ। ਅਗਰ ਮੈਂ ਇਹਨਾਂ ਦੀ ਸਟਰੈਂਥ ਕੀ ਕਰ ਦਿੰਦੀ ਹਾਂ, ਇਨਕਰੀਜ਼ ਕਰ ਦਿੰਦੀ ਹਾਂ ਇਲੈਕਟ੍ਰਿਕ ਫੀਲਡ ਦੀ, ਤਾਂ ਆਪਣੇ ਕੋਲ ਟੈਂਪਰੇਚਰ ਕੀ ਹੋ ਜਾਊਗਾ, ਡਿਕਰੀਜ਼ ਹੋ ਜਾਊਗਾ, ਕਲੀਅਰ। ਕੰਪਲੀਟ ਅਲਾਈਨਮੈਂਟ ਇਸ ਦੇ ਵਿੱਚ ਪੋਸੀਬਲ ਹੈ, ਕਲੀਅਰ। ਇਸ ਦੇ ਵਿੱਚ ਕੰਪਲੀਟ, ਹਜੇ ਦੇਖੋ ਹਜੇ ਇਹ ਇੱਕ ਮਤਲਬ ਧਿਆਨ ਨਾਲ ਦੇਖੋ, ਇਹ ਅਪਵਰਡ ਦੈਨ ਡਾਊਨਵਰਡ ਫਿਰ ਅਪਵਰਡ, ਇਸ ਤਰੀਕੇ ਨਾਲ ਹੈ। ਅਗਰ ਮੈਂ ਇਸ ਦੀ ਇਲੈਕਟ੍ਰਿਕ ਫੀਲਡ ਨੂੰ ਇਨਕਰੀਜ਼ ਕਰ ਦਿੰਦੀ ਹਾਂ, ਟੈਂਪਰੇਚਰ ਘਟ ਜੂਗਾ ਤਾਂ ਇੱਕ ਪ੍ਰੋਪਰ ਅਲਾਈਨਮੈਂਟ ਦੇ ਵਿੱਚ ਵੀ ਆ ਜਾਣਗੇ। ਕਿਸ ਤਰੀਕੇ ਨਾਲ, ਇੱਦਾਂ ਨੈਗੇਟਿਵ ਪੋਜ਼ਿਟਿਵ, ਨੈਗੇਟਿਵ ਪੋਜ਼ਿਟਿਵ, ਨੈਗੇਟਿਵ ਪੋਜ਼ਿਟਿਵ, ਇਸ ਤਰੀਕੇ ਦੇ ਨਾਲ।
ਕੰਪਲੀਟ ਅਲਾਈਨਮੈਂਟ ਵੀ ਆ ਜਾਊਗੀ। ਕਲੀਅਰ, ਇਹ ਹੋ ਗਿਆ ਆਪਣੇ ਕੋਲ ਪੋਲਰ ਚਾਰजेस। ਨੈਕਸਟ ਕੀ ਆ ਜਾਂਦਾ ਹੈ, ਨੋਨ ਪੋਲਰ ਮੋਲੀਕਿਊਲ। ਨੋਨ ਪੋਲਰ ਮੋਲੀਕਿਊਲਸ, ਹਾਂਜੀ ਨੋਨ ਪੋਲਰ ਮੋਲੀਕਿਊਲਸ ਕੀ ਹੁੰਦੇ ਆ, ਦੇਖੋ ਜਦੋਂ ਸੈਂਟਰ ਆਫ ਮੋਲੀਕਿਊਲਸ ਜਿਹਦਾ ਸੈਂਟਰ ਆਫ ਪੋਜ਼ਿਟਿਵ ਚਾਰਜ ਕੰਸਾਈਨ ਕਰਦੇ ਸੈਂਟਰ ਆਫ ਨੈਗੇਟਿਵ ਚਾਰਜ ਦੇ ਨਾਲ, ਸੈਂਟਰ ਆਫ ਪੋਜ਼ਿਟਿਵ ਚਾਰਜ ਕੰਸਾਈਨ ਕਰਦੇ ਸੈਂਟਰ ਆਫ ਨੈਗੇਟਿਵ ਚਾਰਜ ਦੇ ਨਾਲ, ਤਾਂ ਉਸ ਨੂੰ ਨੋਨ ਪੋਲਰ ਮੋਲੀਕਿਊਲਸ ਕਿਹਾ ਜਾਂਦਾ ਹੈ। ਕਲੀਅਰ, ਜਿੱਦਾਂ ਇੱਕ ਹੀ ਦੇ ਵਿੱਚ ਐਟਮ ਦੇ ਵਿੱਚ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਕੰਸਾਈਨ ਕਰ ਜਾਣ ਤਾਂ ਉਹਨਾਂ ਨੂੰ ਨੋਨ ਪੋਲਰ ਮੋਲੀਕਿਊਲਸ ਕਿਹਾ ਜਾਂਦਾ ਹੈ, ਮਤਲਬ ਨੋਨ ਪੋਲਰ ਮੋਲੀਕਿਊਲਸ ਹੋ ਗਏ ਉਹ। ਕਲੀਅਰ, ਐਗਜ਼ਾਮਪਲ H2, Cl2, ਹਾਈਡਰੋਜਨ ਕਲੋਰਾਈਡ, CH4 ਮੀਥੇਨ, N2 ਨਾਈਟ੍ਰੋਜਨ, ਸਿੰਪਲ ਹੈ, ਇਸ ਦਾ ਹਾਈਡਰੋਜਨ ਆਪਸ ਦੇ ਵਿੱਚ ਕੰਸਾਈਨ ਹੋ ਜਾਣਗੇ। ਕਲੋਰੀਨ ਸਿਮਿਲਰਲੀ ਇੱਕ ਹੁੰਦਾ ਵੈਲੈਂਸ ਇਲੈਕਟ੍ਰੋਨ ਦੇ ਵਿੱਚ, ਆਪਾਂ ਨੂੰ ਪਤਾ ਹੈ 17 ਅਟੋਮਿਕ ਨੰਬਰ ਹੈ ਕਲੋਰੀਨ ਦਾ। ਅਟੋਮਿਕ ਕਨਫੀਗਰੇਸ਼ਨ 287, ਇੱਕ ਇਲੈਕਟ੍ਰੋਨ ਦੀ ਜ਼ਰੂਰਤ ਹੁੰਦੀ ਹੈ ਤਾਂ ਆਪਸ ਦੇ ਵਿੱਚ ਕੰਸਾਈਨ ਹੋ ਜਾਂਦੇ ਆ, ਪਤਾ ਤਾਂ ਇਹਨਾਂ ਨੂੰ ਨੋਨ ਪੋਲਰ ਮੋਲੀਕਿਊਲਸ ਕਿਹਾ ਜਾਂਦਾ। ਕਲੀਅਰ ਹੈ ਜੀ। ਹੁਣ ਦੇਖੋ ਅਗਰ ਮੈਂ ਇਲੈਕਟ੍ਰਿਕ ਫੀਲਡ, ਦੋ ਕੇਸ ਸੀ ਆਪਣੇ ਕੋਲ, ਇੱਕ ਸੀ ਨੋ ਇਲੈਕਟ੍ਰਿਕ ਫੀਲਡ, ਇੱਕ ਜਦੋਂ ਇਲੈਕਟ੍ਰਿਕ ਫੀਲਡ ਆਪਾਂ ਨੇ ਅਪਲਾਈ ਕਰਤੀ। ਅਗਰ ਤਾਂ ਨੋ ਇਲੈਕਟ੍ਰਿਕ ਫੀਲਡ ਹੈ, ਨੋ ਇਲੈਕਟ੍ਰਿਕ ਫੀਲਡ, ਅਗਰ ਮੈਂ ਕੋਈ ਵੀ ਇਲੈਕਟ੍ਰਿਕ ਫੀਲਡ ਅਪਲਾਈ ਨਹੀਂ ਕੀਤੀ ਤਾਂ ਕੀ ਹੁੰਦਾ, ਜੋ ਮੋਲੀਕਿਊਲਸ ਹੈ ਉਹਨਾਂ ਦਾ ਪਰਮਾਨੈਂਟ ਡਿਸਪਲੇਸਮੈਂਟ ਨਹੀਂ ਹੋਊਗਾ। ਡੂ ਨੋਟ ਹੈਵ ਪਰਮਾਨੈਂਟ ਡਿਸਪਲੇਸਮੈਂਟ, ਡੂ ਨੋਟ ਹੈਵ ਪਰਮਾਨੈਂਟ ਡਿਸਪਲੇਸਮੈਂਟ। ਕਲੀਅਰ, ਉਹ ਕਿਸ ਤਰੀਕੇ ਨਾਲ ਆ ਜਾਣਗੇ, ਸਿੰਪਲੀ ਇਸ ਤਰੀਕੇ ਨਾਲ, ਪੋਜ਼ਿਟਿਵ ਨੈਗੇਟਿਵ, ਪੋਜ਼ਿਟਿਵ ਨੈਗੇਟਿਵ। ਕਲੀਅਰ, ਅਗਰ ਮੈਂ ਇਲੈਕਟ੍ਰਿਕ ਫੀਲਡ ਅਪਲਾਈ ਕਰ ਦਿੰਦੀ ਹਾਂ, ਅਗਰ ਇਲੈਕਟ੍ਰਿਕ ਫੀਲਡ ਅਪਲਾਈ ਕਰ ਦਿੰਦੀ ਹਾਂ ਮੈਂ, ਫਿਰ ਕੀ ਹੁੰਦਾ, ਤਾਂ ਸੈਂਟਰ ਆਫ ਜੋ ਨੈਗੇਟਿਵ ਚਾਰਜ ਹੈ ਤੇ ਪੋਜ਼ਿਟਿਵ ਚਾਰਜ ਸੀ, ਪਹਿਲਾਂ ਇੱਕ ਇਕੱਠੇ ਸੀ ਨਾ ਇੱਦਾਂ ਨੈਗੇਟਿਵ ਪੋਜ਼ਿਟਿਵ, ਇਹ ਸਫਰ ਕਰਨੇ ਸ਼ੁਰੂ ਕਰ ਦੇਣਗੇ, ਮੂਵਮੈਂਟ ਕਰਨੀ ਸ਼ੁਰੂ ਕਰ ਦੇਣਗੇ, ਡਿਸਪਲੇਸਮੈਂਟ ਚੇਂਜ ਹੋਣਾ ਸ਼ੁਰੂ ਹੋ ਜਾਊਗਾ, ਤਾਂ ਇਹ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਆ ਜਾਣਗੇ, ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਆ ਜਾਣਗੇ। ਠੀਕ ਹੈ, ਇੱਕ ਡਾਇਰੈਕਸ਼ਨ ਐਕਸਪੀਰੀਅੰਸ ਕਰਨਗੇ। ਇਹ ਕੀ ਐਕਵਾਇਰ ਕਰ ਲੈਣਗੇ, ਇੱਕ ਟੈਂਪਰੇਰੀ ਪੋਲਰ ਕਰੈਕਟਰ, ਟੈਂਪਰੇਰੀ ਪੋਲਰ ਕਰੈਕਟਰ ਨੂੰ ਕੀ ਕਰਨਗੇ, ਐਕਸਪੀਰੀਅੰਸ ਕਰਨਗੇ ਆਪਣੇ ਅੰਦਰ, ਜਦੋਂ ਇਲੈਕਟ੍ਰਿਕ ਫੀਲਡ ਆਪਾਂ ਨੇ ਕੀ ਕਰਤੀ, ਪ੍ਰੋਵਾਈਡ ਕਰਤੀ। ਇਹਨਾਂ ਮੋਲੀਕਿਊਲਸ ਨੂੰ ਕੀ ਕਿਹਾ ਜਾਂਦਾ, ਇੰਡਿਊਸਡ ਡਾਇਪੋਲ ਮੂਵਮੈਂਟ। ਕੀ ਕਿਹਾ ਜਾਂਦਾ, ਇਹ ਜੋ ਮੋਲੀਕਿਊਲਸ ਹੁੰਦੇ ਨੇ ਇੰਡਿਊਸਡ ਡਾਇਪੋਲ, ਔਰ ਇਹਨਾਂ ਦੇ ਮੂਵਮੈਂਟ ਨੂੰ ਇੰਡਿਊਸਡ ਡਾਇਪੋਲ ਮੂਵਮੈਂਟ ਕਿਹਾ ਜਾਂਦਾ। ਹੁਣ ਇਹ ਜੋ ਡਿਸਪਲੇਸ ਹੁੰਦੇ ਨੇ ਪੋਜ਼ਿਟਿਵ ਤੇ ਨੈਗੇਟਿਵ ਚਾਰਜ, ਇਹ ਓਪੋਜ਼ਿਟ ਡਾਇਰੈਕਸ਼ਨ 'ਚ ਹੁੰਦੇ, ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਕੀ ਹੁੰਦੇ ਆ, ਅਰੇਂਜ ਹੁੰਦੇ, ਅਲਾਈਨ ਕੀਤੇ ਜਾਂਦੇ। ਕਲੀਅਰ, ਕਿਸ ਤਰੀਕੇ ਦੇ ਨਾਲ, ਇਸ ਤਰੀਕੇ ਦੇ ਨਾਲ, ਨੈਗੇਟਿਵ ਪੋਜ਼ਿਟਿਵ, ਨੈਗੇਟਿਵ ਪੋਜ਼ਿਟਿਵ, ਨੈਗੇਟਿਵ ਪੋਜ਼ਿਟਿਵ, ਇਸ ਤਰੀਕੇ ਦੇ ਨਾਲ, ਕਿਸ ਦੇ ਵਿੱਚ, ਇਲੈਕਟ੍ਰਿਕ ਫੀਲਡ ਦੀ ਪ੍ਰੈਜ਼ੈਂਸ ਦੇ ਵਿੱਚ। ਕੌਣ ਨੇ ਇਹ, ਨੋਨ ਪੋਲਰ, ਨੋਨ ਪੋਲਰ ਮੋਲੀਕਿਊਲਸ ਨੇ। ਕਲੀਅਰ, ਸਮਝ ਆਇਆ। ਨੈਕਸਟ ਆਪਾਂ ਕਰਨਾ ਇਲੈਕਟ੍ਰੋਸਟੈਟਿਕ ਦਾ ਲਾਸਟ ਟੌਪਿਕ ਹੈ ਤੁਹਾਡਾ, ਤਾਂ ਇਲੈਕਟ੍ਰੋਸਟੈਟਿਕ ਤੁਹਾਡੀ ਕੰਪਲੀਟ ਹੋ ਜੂਗੀ। ਫਿਰ ਮੈਗਨੈਟੋਸਟੈਟਿਕ ਆਪਾਂ ਨੈਕਸਟ ਲੈਕਚਰ 'ਚ ਕਰਾਂਗੇ, ਪੋਲਰਾਈਜੇਸ਼ਨ ਆਫ ਮੈਟਰ, ਪੋਲਰਾਈਜੇਸ਼ਨ ਆਫ ਮੈਟਰ। ਕਲੀਅਰ, ਕੀ ਹੁੰਦਾ, ਦੇਖੋ ਪੋਲਰਾਈਜੇਸ਼ਨ ਮੈਟਰ, ਅਗਰ ਮੈਂ ਐਟਮਸ ਨੂੰ ਜਾਂ ਮੋਲੀਕਿਊਲਸ ਕਿਸੇ ਵੀ ਸਬਸਟੈਂਸ ਦੇ, ਉਹ ਜੋ ਕੀ ਨੇ ਪੋਲਰ ਨੇ, in the absence of external electric field,
क्लीयर। इन द एबसेंस ऑफ, वो पोलर ने, अगर मैं एबसेंस रख रही हाँ इलैक्ट्रिक फील्ड की, एक्सटर्नल इलैक्ट्रिक फील्ड, ठीक है जी क्लीयर। तो वो रैंडमली, ਇਹਦਾ मतलब की है मूवमेंट करेंगे उन्हें रैंडमली डायपोल मूवमेंट होगा। अगर वो पीस ऑफ सबसटेंस का देखिए तो अपने को नैट डायपोल मूवमेंट कितना आ जाता, मैं करवाया सी अपने को 0, क्लीयर। बट अगर एटम्स की ने नॉन पोलर ने, एक बार मैं तुहानू गो थ्रू करवा रही हाँ, अगर अपने को एटम्स की ने नॉन पोलर, क्लीयर। तो अगर इलैक्ट्रिक फील्ड एबसेंस है, ये भी एबसेंस है अगर इलैक्ट्रिक फील्ड, मैं हुणे करवा के चुकी हूँ सारा कुछ, तो नैट डायपोल मूवमेंट फिर 0 होगा, क्लीयर। तो हुण आपां ने की करना है पोलराइजेशन ऑफ मैटर नूं समझण दे लई, अगर मैं की करदी हाँ, अगर अ बार ऑफ डाइलैक्ट्रिक नूं एक्सटर्नल फील्ड दे विच प्लेस कर दिता जाता है, मतलब मैं तुहानूं दसदी हाँ, आ कोई प्लस क्यू चार्ज है, इधर कोई नेगेटिव क्यू चार्ज है, मतलब सारी बार तो इधर प्लस क्यू है, दूसरी साइड नेगेटिव है चार्ज। इस दे अंदर की किया आपां डाइलैक्ट्रिक नूं प्लेस करता, डाइलैक्ट्रिक नूं की किया प्लेस करता, इधर इलैक्ट्रिक फील्ड ई माइनस पॉजिटिव नेगेटिव पॉजिटिव नेगेटिव पॉजिटिव, बड़ा बनूगा थोड़ा, नेगेटिव पॉजिटिव तुसी बना लियो, नेगेटिव पॉजिटिव, क्लीयर क्लीयर। डाइलैक्ट्रिक नूं प्लेस करता इस दे विच बिटवीन द प्लेस ऑफ चार्ज कैपेसिटर की प्लेट्स के विच मैं की करता डाइलैक्ट्रिक नूं प्लेस करता, ठीक है जी। इन द प्रेजेंस ऑफ इलैक्ट्रिक फील्ड, अगर मैं इलैक्ट्रिक फील्ड की कर रही हूँ अप्लाई कर रही हूँ, इन द प्रेजेंस ऑफ इलैक्ट्रिक फील्ड, ठीक है। तो चार्जिज की की होने लग जूगी, शिफ्टिंग होने लग जूगी, शिफ्टिंग ऑफ सेंटर्स ऑफ पॉजिटिव एंड नैगेटिव चार्ज। तो यह चीज़ किस च कन्वर्ट होने शुरू हो जाएंगे, नॉन पोलर एटम्स, मतलब कन्वर्टिंग नॉन पोलर एटम्स into polar atom, क्लीयर क्लीयर। देखो मैं तुहानूं दोबारा दसदी हाँ की है, अगर मैं डाइलैक्ट्रिक एक प्लेस करती एक बार डाइलैक्ट्रिक दी किस दे विच दो अपने कोल की ने इलैक्ट्रिक फील्ड ने, एक्सटर्नल इलैक्ट्रिक फील्ड की है, या प्लेट्स ऑफ चार्ज कैपेसिटर लगा लो, चार्ज कैपेसिटर जिन्हों के उपर चार्ज है, एक साइड पॉजिटिव चार्ज एक साइड नैगेटिव चार्ज है, इन्हों के एक डाइलैक्ट्रिक नूं प्लेस करता, जो मैंने प्लेस किया तो इन्हों के अचानक की होने लग जू, शिफ्टिंग होने लग जू पॉजिटिव तो नैगेटिव चार्ज की, जो पॉजिटिव तो नैगेटिव चार्ज की शिफ्टिंग होगी तो नॉन पोलर की एटम किस कन्वर्ट हो जाएंगे, पोलर एटम्स के विच कन्वर्ट हो जाएंगे, ठीक है। इन्नी क चीज़ समझ आइए, क्लीयर होई कि किस तरीके नाल की अपने कन्वर्ट किया, इधर की है ये एक्सटर्नल इलैक्ट्रिक फील्ड ई नोट है अपने को, क्लीयर। अगर डाइलैक्ट्रिक कंसिस्ट कर जाता हुण ये अगर पोलर एटम्स नाल कंसिस्ट करवा दा मैं, हुण अगर इस दे विच की ने अपने को पोलर एटम्स ने, तो अगर पोलर एटम्स ने तो शिफ्टिंग होगी, तो इन्हां दी जो चेन है वह की हो जूगी, ये क्लोज चेन नूं की कर देंगे, ब्रेक कर देंगे, ब्रेक द क्लोज चेन ऑफ डाइपोल्स, जो डाइपोल्स की इत्थे की एक क्लोज चेन बन जूगी, उसनों की कर देंगे, ब्रेक कर देंगे अगर पोलर एटम्स नूं मैं प्लेस कर देनी हाँ, ठीक है। तो इन्हां दी जो अलाइनमेंट है वो किस तरीके नाल हो जूगी, इन्हां दी इधर पॉजिटिव चार्ज सी, इधर नैगेटिव चार्ज है, तो इन्हां दी चेन की होगी, ब्रेक होगी, तो एक साइड की आ जाएंगे नैगेटिव, एक साइड की आगे पॉजिटिव, इस तरीके नाल की होगी चेन की होगी ब्रेक होगी, जो क्लियर समझ आया।
क्लीयर होया जी, तो चेन ब्रेक होगी। तो हुण देखो, तो ये फिनोमिना मेन दस की रहा आपां नूं, जो प्रोसैस है ये आपां नूं दस रहा है अपीयरेंस ऑफ चार्जिस, अपीयरेंस ऑफ चार्जिस ऑन द सरफेस ऑफ डाइलैक्ट्रिक बार, डाइलैक्ट्रिक बार दी सरफेस दे उपर चार्जिस दी अपीयरेंस नूं दस रहे, जो इंड्यूस्ड किस दे द्वारा हो रहे हैं, इलैक्ट्रिक फील्ड के द्वारा। किस दे द्वारा इंड्यूस्ड हो रहे हैं, जो अपने कोल की प्रेजेंट है, इलैक्ट्रिक फील्ड प्रेजेंट है। इसे नूं की कहा जाता है, पोलराइजेशन। की कहा जाता है, पोलराइजेशन। क्लियर। तो अपने को नैट पोलराइजेशन, नैट इलैक्ट्रिक फील्ड इनसाइड डाइलैक्ट्रिक होगा ई, जो किस दे इक्वल हो गया, ई नॉट माइनस ई पी। क्लियर। ई नॉट की है एक्सटर्नल इलैक्ट्रिक फील्ड, मैं दसिया सी एक्सटर्नल इलैक्ट्रिक फील्ड, इस साइड इत्थे ई पी बना लो। एंड ई पी की है इलैक्ट्रिक फील्ड जो डिवेल्प हो रहा है ड्यू टू डायपोल्स, जो ड्यू टू डायपोल्स इलैक्ट्रिक फील्ड इंड्यूस्ड हो रहा है, ठीक है, या इंड्यूस्ड हो रहा है, उसनों आपां की कह दिंदे आ, इलैक्ट्रिक फील्ड कह दिंदे आ। ठीक है, समझ आया। हुण कुछ पॉइंट्स पोलराइजेशन, कुछ पॉइंट्स तुसीं डायरैक्टली नोट कर सकते हो। पोलराइजेशन is the characteristic किसदी of transverse wave। सीधा पॉइंट्स नोट कर लो। फोर्स जो इस ते एक्ट होंदी है डायपोल ते, फोर्स जो एक्ट होंदी है इस डायपोल ते वो कितनी होंदी है, इज इक्वल टू माइनस पी वैक्टर डॉट डेल वैक्टर ई वैक्टर। क्लियर। ठीक है जी। जो पी है अपने को ये पोलराइजेशन दसदा है, पी अपने को पोलराइजेशन दसदा है, डेल तो अपन पता ही है, एफ अपने को फोर्स है, ई अपने को की है इलैक्ट्रिक फील्ड है। क्लियर। मैं कहता हूँ दस कन्फ्यूज ना हो जाए, डायपोल्स से जो फोर्स लगती है वो किस दे इक्वल से। थर्ड, वोटर है, वोल्ट मीटर है, नैगेटिव इंटरसैप्ट की ऑबटेंड करते हैं ओम्स ला। ये जो नैगेटिव इंटरसैप्ट ने वो किस ऑबटेंड होंगे ने, इन ओम्स ला। क्लियर। नैक्सट ये एक होर चीज़ है कैपेसिटर्स। कैपेसिटर एक इदा का डिवाइस है, मैं तुहानूं दसदी हां नैक्सट पेज ते कि कैपेसिटर्स की होंदे आ। कैपेसिटर एक इदा का डिवाइस है जो की करदा है, स्टोर करदा है इलैक्ट्रिक एनर्जी नूं स्टोर की करदा है इलैक्ट्रिकल एनर्जी नूं इन एन इलैक्ट्रिक फील्ड। किस दे विच, इलैक्ट्रिक फील्ड दे विच। एंड द इफेक्ट ऑफ कैपेसिटर नूं, बस कैपेसिटर वही है जो इलैक्ट्रिकल एनर्जी नूं स्टोर करता है किस दे विच, जदों इलैक्ट्रिक फील्ड होवे। तो इस इफेक्ट ऑफ कैपेसिटर नूं की कहा जाता है, इफेक्ट ऑफ कैपेसिटर्स नूं कहा जाता है कैपेसिटेंस। क्लियर। ये ध्यान च रखियो। ठीक है, किदा होंदा, सी इज इक्वल टू क्यू बाय वी। क्लियर। क्लियर। क्यू पता की अंदर चार्ज, कैपेसिटेंस की है रेशो ऑफ चार्ज एंड वी अपने कोल की होंदा पोटेंशियल डिफरेंस। क्लियर हो गया। यदि यूनिट की होंदी है
कैपेसिटर दी 1 फैराड या होर की लिख सकते हैं चार्ज की की होंगी है कूलम पोटेंशियल डिफरेंस की वोल्ट। इस तो अलावा यह की है स्केलर क्वांटिटी है कैपेसिटर्स की अपने को स्केलर क्वांटिटी है ये चीज़ां की रखोगे तुसी ध्यान दे विच रखोगे। इस नाल ही तुहाडा इलैक्ट्रोस्टैटिक कंप्लीट हो जाता है। इलैक्ट्रोस्टैटिक की हो गया तुहाडा कंप्लीट हो गया। जिसने भी इलैक्ट्रोस्टैटिक दियां वीडियोज़ नहीं देखिया प्लीज़ देख लियो कंप्लीट। नैक्सट आपां करांगे मैगनैटोस्टैटिक। नैक्सट आपां इसनूं कवर करना है ठीक है जी क्योंकि पहला आपां सिर्फ इलैक्ट्रिसिटी एंड मैगनेटिज्म खत्म करांगे उस तो बाद आपां कुछ होर स्टार्ट करांगे एंड हजे तो तुहाडी एग्जाम डेट भी नहीं आई तो आपां आराम नाल करांगे आपां नूं कोई जल्दी नहीं है। तो शेयर करो जो भी मास्टर कैडर की प्रिपरेशन कर रहे हैं अपने फ्रेंड्स के नाल टैलीग्राम ग्रुप में ज्वाइन कर लो एंड लिंक प्रोवाइड करो अपने फ्रेंड्स नूं सो दैट वो भी टैलीग्राम ग्रुप्स में ज्वाइन कर लो उन्होंने भी की है फ्री ऑफ कोस्ट जो आप प्रिपरेशन करवा रहे हैं उसके सारे नोट्स मिल पान सारी डिटेल्स मिल पान तो शेयर करो अपने फ्रेंड्स के नाल भी सो दैट वो भी प्रॉपर वे दे विच प्रिपरेशन कर पान क्लीयर। चैनल नूं जिन्हां ने सबसक्राइब नहीं किया सबसक्राइब कर लो बैल आइकन नूं प्रेस कर लो सो दैट तुहानूं सारियां अपडेट्स टाइम टू टाइम मिलदियां रहन। लाइक करियो वीडियो नूं शेयर करो अपने फ्रेंड्स के नाल एंड कमेंट करके ज़रूर दस्सियो तुहानूं वीडियोज़ किद्दां दियां लगदियां ने एक मोटिवेशन मिलती है कि मैं वीडियोज़ बनावां ते अपलोड करां डेली क्लीयर। तो कमेंट सैक्शन दे विच जरूर दस्सिया करो वीडियोज़ किद्दां दियां लग रही ने क्लीयर। थैंक यू सो मच थैंक यू सो मच।